ਸਾਡੇ ਕੋਲੇ ਤਿੰਨ ਤਰ੍ਹਾਂ ਦੀਆਂ ਲੋਕ ਅਦਾਲਤ ਹੁੰਦੀਆਂ। ਇੱਕ ਹੁੰਦੀ ਹੈ ਮੰਥਲੀ ਲੋਕ ਅਦਾਲਤ। ਅਦਾਲਤ ਦੇ ਵਿੱਚ ਸਮਝੌਤਾ ਕੋਈ ਹੋ ਗਿਆ ਨਾ, ਦੋਵੇਂ ਪਾਰਟੀਆਂ ਨੇ ਸਮਝੌਤਾ ਕਰ ਲਿਆ, ਉਸ ਤੋਂ ਬਾਅਦ ਇੱਕ ਪਾਰਟੀ ਜਿਹੜੀ ਉਸ ਸਮਝੌਤੇ ਤੋਂ ਮੁੱਕਰ ਜਾਂਦੀ ਹੈ, ਉਹ ਨਹੀਂ ਮੰਨਦੀ, ਫਿਰ ਉਹ ਕੀ ਕਰਨ ਦੂਜੀ ਪਾਰਟੀ ਵਾਲੇ? ਲੋਕ ਅਦਾਲਤ ਨਾਲ ਕੀ ਹੈ ਕਿ ਪੀਸਫੁਲ ਰਿਲੇਸ਼ਨਸ दैट इज़ वेरी इंपॉर्टेंट, क्योंकि जो अपना ਵੀ ਐਜ਼ ਇੰਡੀਅਨਸ ਜੋ ਆਪਣਾ ਸੋਸ਼ਲ ਥ੍ਰੈਡ ਹੈ, ਆਪਣਾ ਇਹ ਹੈ ਕਿ ਆਪਾਂ ਮਿਲ ਜੁਲ ਕੇ ਰਹਿੰਦੇ ਹਾਂ। ਏਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਮੇਰਾ ਅਧਿਕਾਰ ਮੇਰਾ ਮਾਨ ਪ੍ਰੋਗਰਾਮ ਵਿੱਚ ਸਵਾਗਤ ਕਰਦੀ ਹਾਂ। ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਲੋਕ ਅਦਾਲਤ ਬਾਰੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸ਼ਿਖਾ ਗੋਇਲ ਜੀ। ਦਰਸ਼ਕੋ, ਮੈਂ ਤੁਹਾਨੂੰ ਦੱਸ ਦਿਆਂ ਕਿ ਸ਼ਿਖਾ ਗੋਇਲ ਜੀ DLSA ਦੇ ਵਿੱਚ ਜਿਹੜਾ ਹੈ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਮੈਡਮ, ਏਕਮ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। ਮੈਮ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਲੋਕ ਅਦਾਲਤ ਹੁੰਦੀਆਂ ਕੀ ਨੇ? ਲੋਕ ਅਦਾਲਤ ਉਹ ਹੁੰਦੀ ਹੈ ਜਿਹਦੇ ਵਿੱਚ ਕਿ ਆਪਾਂ ਪਾਰਟੀਜ਼ ਨੂੰ ਕਹਿੰਦੇ ਆ ਕਿ ਤੁਸੀਂ ਰਾਜ਼ੀਨਾਮੇ ਨਾਲ ਆਪਦਾ ਹੱਲ ਕਰੋ। ਜਿਵੇਂ ਕਿ ਹੁਣ ਕੋਰਟਸ 'ਚ ਕੇਸਿਸ ਚੱਲ ਰਹੇ ਹੈ ਤਾਂ ਉਹ ਮੈਰਿਟ ਤੇ ਡਿਸਾਈਡ ਹੁੰਦੇ ਹੈ। ਪਹਿਲਾਂ ਲੋਅਰ ਕੋਰਟ 'ਚ ਕੇਸ ਲੱਗਦਾ ਹੈ, ਫਿਰ ਉਹਦੀ ਅਪੀਲ ਲਾਈ ਕਰਦੀ ਹੈ ਸੈਸ਼ਨ ਕੋਰਟ 'ਚ, ਫਿਰ ਟੂ ਦ ਆਨਰੇਬਲ ਹਾਈ ਕੋਰਟ, ਦੈਨ ਟੂ ਦ ਆਨਰੇਬਲ ਸੁਪਰੀਮ ਕੋਰਟ। ਤਾਂ ਉਹ ਬਹੁਤ ਇੱਕ ਲੰਬਾ ਟਾਈਮ ਕੰਜ਼ਿਊਮ ਹੋ ਜਾਂਦਾ ਹੈ ਇੱਕ ਕੇਸ ਨੂੰ ਡਿਸਾਈਡ ਹੋਣ 'ਚ। ਔਰ ਜਦੋਂ ਤੱਕ ਕਈ ਵਾਰੀ ਕੀ ਹੁੰਦਾ ਹੈ, ਜਦੋਂ ਪਾਰਟੀ ਨੂੰ ਆਪਦਾ ਹੱਕ ਮਿਲਦਾ ਹੈ ਉਦੋਂ ਤੱਕ ਪਾਰਟੀ ਨੂੰ ਉਸ ਚੀਜ਼ ਦੀ ਉਨੀ ਇੰਪੋਰਟੈਂਸ ਨਹੀਂ ਰਹਿੰਦੀ। ਤਾਂ ਅਸੀਂ ਪਾਰਟੀਜ਼ ਨੂੰ ਹਮੇਸ਼ਾ ਐਨਕਰੇਜ ਕਰੀਦਾ ਕਿ ਤੁਸੀਂ ਆਪਦਾ ਕੇਸ ਰਾਜ਼ੀਨਾਮੇ ਨਾਲ, ਸਮਝੌਤੇ ਨਾਲ ਆਪਦੇ ਲੋਕ ਅਦਾਲਤ ਵਿੱਚ ਲਗਵਾਓ ਔਰ ਉੱਥੇ ਆਪਦਾ ਸੈਟਲਮੈਂਟ ਕਰਕੇ ਕੇਸ ਨੂੰ ਫਾਈਨਲੀ ਡਿਸਪੋਜ਼ ਆਫ ਕਰਵਾ ਲਓ, ਤਾਂ ਕਿ ਉਹਨਾਂ ਦਾ ਜਿਹੜਾ ਡਿਸਪਿਊਟ ਹੈ ਉਹ ਫਾਈਨਲੀ ਐਂਡ ਹੋ ਜਾਏ। ਕਿਉਂਕਿ ਜਿਹੜਾ ਵੀ ਫੈਸਲਾ ਲੋਕ ਅਦਾਲਤ ਵਿੱਚ ਹੁੰਦਾ ਹੈ ਉਹਦੀ ਕੋਈ ਅਪੀਲ ਲਾਈ ਨਹੀਂ ਕਰਦੀ। ਇਟ ਇਜ਼ ਅ ਫਾਈਨਲ ਡਿਸੀਜਨ ਆਫ ਦ ਕੇਸ, ਉਹਦੀ ਕੋਈ ਅਪੀਲ ਨਹੀਂ ਹੁੰਦੀ। ਔਰ ਜੇ ਦੂਜੀ ਪਾਰਟੀ ਜਦੋਂ ਕੋਈ ਵੀ ਲੋਕ ਅਦਾਲਤ ਵਿੱਚ ਅਵਾਰਡ ਪਾਸ ਹੋ ਜਾਂਦਾ ਹੈ, that is equivalent to a decree of the civil court। ਜਿਹੜਾ ਸਿਵਲ ਕੋਰਟ ਦਾ ਸਾਡਾ ਫੈਸਲਾ ਹੈ ਉਹੀ ਲੋਕ ਅਦਾਲਤ ਦੇ ਅਵਾਰਡ ਦੀ ਇੰਪੋਰਟੈਂਸ ਹੈ। ਜੇ ਦੂਜੀ ਪਾਰਟੀ ਫੋਲੋ ਨਹੀਂ ਕਰਦੀ ਤਾਂ ਪਹਿਲੀ ਪਾਰਟੀ ਐਗਜ਼ੀਕਿਊਸ਼ਨ ਪਾ ਕੇ ਉਹ ਤੋਂ ਐਨਫੋਰਸਮੈਂਟ ਕਰਾ ਸਕਦੀ ਹੈ। ਤਾਂ ਲੋਕ ਅਦਾਲਤ ਵਿੱਚ ਪਾਰਟੀਜ਼ ਦਾ ਟਾਈਮ ਵੀ ਸੇਵ ਹੁੰਦਾ ਹੈ ਔਰ ਮਨੀ ਵੀ ਸੇਵ ਹੁੰਦਾ ਹੈ। ਮਨੀ ਕਿਸ ਤਰ੍ਹਾਂ ਨਾਲ ਸੇਵ ਹੁੰਦਾ ਹੈ ਕਿ ਜਦੋਂ ਵੀ ਆਪਾਂ ਕੋਈ ਕੇਸ ਕੋਰਟ ਵਿੱਚ ਦਾਇਰ ਕਰਦੇ ਹਾਂ ਤਾਂ ਉਹਦੇ ਵਿੱਚ ਕੁਝ ਕੋਰਟ ਫੀਸ ਲੱਗਦੀ ਹੈ। ਤਾਂ ਜਦੋਂ ਅਸੀਂ ਰਾਜ਼ੀਨਾਮੇ ਨਾਲ ਲੋਕ ਅਦਾਲਤ ਵਿੱਚ ਆਪਦਾ ਰਾਜ਼ੀਨਾਮੇ ਨਾਲ ਹੱਲ ਕਰਾ ਲੈਂਦੇ ਹਾਂ, ਕੇਸ ਡਿਸਾਈਡ ਕਰਵਾ ਲੈਂਦੇ ਹਾਂ, ਤਾਂ ਉਹ ਕੋਰਟ ਫੀ ਜੋ ਆਪਾਂ ਬਿਗਨਿੰਗ 'ਚ ਲਗਾਈ ਹੁੰਦੀ ਹੈ ਉਹ ਕੋਰਟ ਫੀ ਪਾਰਟੀ ਨੂੰ ਰਿਟਰਨ ਕਰ ਦਿੱਤੀ ਜਾਂਦੀ ਹੈ। ਤਾਂ ਇਹਦੇ ਨਾਲ ਆਪਣਾ ਮਨੀ ਸੇਵ ਹੋ ਗਿਆ, ਟਾਈਮ ਸੇਵ ਹੁੰਦਾ ਹੈ ਕਿਉਂਕਿ ਫਾਈਨਲ ਫੈਸਲਾ ਹੁੰਦਾ ਹੈ, ਇਹਦੀ ਕੋਈ ਅਪੀਲ ਲਾਈ ਨਹੀਂ ਕਰਦੀ ਔਰ ਇੱਕ ਪੀਸਫੁਲ ਰਿਲੇਸ਼ਨ ਮੇਨਟੇਨ ਰਹਿੰਦੇ ਆ ਪਾਰਟੀਜ਼ ਦੇ ਵਿੱਚ। ਕਿਉਂਕਿ ਜੇ ਆਪਾਂ ਦੇਖੋ ਕੋਈ ਵੀ ਕੇਸ ਆਪਣਾ ਕੋਰਟ 'ਚ ਡਿਸਾਈਡ ਹੋਏਗਾ ਤਾਂ ਇੱਕ ਪਾਰਟੀ ਜਿੱਤੇਗੀ, ਦੂਜੀ ਹਾਰੇਗੀ, ਤਾਂ ਇਟ ਇਜ਼ ਡੈਫੀਨੇਟ। ਪਰ ਜਦੋਂ ਲੋਕ ਅਦਾਲਤ ਹੈ ਤਾਂ ਜਦੋਂ ਆਪਾਂ ਰਾਜ਼ੀਨਾਮਾ ਕਰਦੇ ਹਾਂ, ਕਿਸੇ ਸੈਟਲਮੈਂਟ 'ਤੇ ਆਉਂਦੇ ਹਾਂ, ਤਾਂ ਇੱਕ ਤਰ੍ਹਾਂ ਦਾ ਦੋਨੋਂ ਪਾਰਟੀਜ਼ ਲਈ ਫਾਇਦਾ ਹੁੰਦਾ ਹੈ। ਦੋਨੋਂ ਪਾਰਟੀਜ਼ ਦੇ ਸਮਝੌਤੇ ਨਾਲ, ਰਾਜ਼ੀਨਾਮੇ ਨਾਲ ਫੈਸਲਾ ਕੀਤਾ ਜਾਂਦਾ ਹੈ ਔਰ ਦੋਨੋਂ ਪਾਰਟੀਜ਼ ਦੇ ਪੀਸਫੁਲ ਰਿਲੇਸ਼ਨਸ ਮੇਨਟੇਨ ਹੁੰਦੇ ਹੈ। ਜਿਵੇਂ ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਦੇ ਟਾਈਮ 'ਚ ਬਹੁਤ ਸਾਰੇ ਡਿਸਪਿਊਟ ਇਹੋ ਜਿਹੇ ਹੈ ਜਿਹੜੇ ਕਿ ਆਪਣੇ ਫੈਮਿਲੀ ਮੈਂਬਰਸ ਦੇ ਵਿੱਚ ਹੀ ਹੈ ਜਾਂ ਸਾਡੇ ਬਹੁਤ ਕਲੋਜ਼ ਹੈ ਉਹਨਾਂ ਦੇ ਵਿੱਚ ਹੈ। ਤਾਂ ਉਹਨਾਂ ਦੇ ਰਿਲੇਸ਼ਨਸ ਲਈ ਸੋਸ਼ਲ ਇੱਕ ਥ੍ਰੈਡ ਬਣਾ ਕੇ ਰੱਖਣ ਲਈ ਲੋਕ ਅਦਾਲਤ ਬਹੁਤ ਅੱਛਾ ਕੰਮ ਕਰ ਰਹੀ ਹੈ। ਤਾਂ ਸਾਡੇ ਕੋਲੇ ਕਈ ਤਰ੍ਹਾਂ ਦੀਆਂ ਲੋਕ ਅਦਾਲਤ ਵੀ ਹੈ। ਮੈਂ ਇਹ ਪੁੱਛਣਾ ਸੀਗਾ ਕਿ ਲੋਕ ਅਦਾਲਤ ਇੱਕੋ ਤਰ੍ਹਾਂ ਦੀ ਹੁੰਦੀ ਹੈ ਜਾਂ ਇਹਨਾਂ ਦੀਆਂ ਵੀ ਕਿਸਮਾਂ ਹੁੰਦੀਆਂ ਨੇ? ਸਾਡੇ ਕੋਲੇ ਤਿੰਨ ਤਰ੍ਹਾਂ ਦੀਆਂ ਲੋਕ ਅਦਾਲਤ ਹੁੰਦੀਆਂ। ਇੱਕ ਹੁੰਦੀ ਹੈ ਮੰਥਲੀ ਲੋਕ ਅਦਾਲਤ ਜੋ ਕਿ ਮਹੀਨੇ ਦੇ ਤੀਜੇ ਸ਼ਨੀਵਾਰ ਜਾਂ 5th ਸੈਟਰਡੇ ਆਫ ਦ ਮੰਥ ਇਹ ਲਗਾਈ ਜਾਂਦੀ ਹੈ। ਇਹਦੇ ਵਿੱਚ ਜਿਹੜੇ ਕੇਸਿਸ ਕੋਰਟਸ 'ਚ ਆਲਰੇਡੀ ਚੱਲ ਰਹੇ ਹੈ, ਪੈਂਡਿੰਗ ਕੇਸਿਸ ਹੈ, ਔਰ ਪਾਰਟੀਜ਼ ਨੂੰ ਲੱਗਦਾ ਹੈ ਜਾਂ ਜੁਡੀਸ਼ੀਅਲ ਆਫਿਸਰ ਨੂੰ ਲੱਗਦਾ ਹੈ ਕਿ ਇਹ ਜਿਹੜੇ ਕੇਸਿਸ ਹੈ ਇਹ ਅਸੀਂ ਰਾਜ਼ੀਨਾਮੇ ਨਾਲ ਹੱਲ ਕਰ ਸਕਦੇ ਹਾਂ, ਪਾਰਟੀਜ਼ ਨੂੰ ਲੱਗਦਾ ਹੈ ਕਿ ਸਾਡਾ ਸਮਝੌਤਾ ਹੋ ਜਾਏਗਾ, ਤਾਂ ਉਹ ਜੱਜ ਸਾਹਿਬ ਨੂੰ ਰਿਕੁਐਸਟ ਕਰ ਸਕਦੇ ਹੈ ਕਿ ਸਾਡਾ ਇਹ ਕੇਸ ਲੋਕ ਅਦਾਲਤ ਵਿੱਚ, ਮੰਥਲੀ ਲੋਕ ਅਦਾਲਤ ਵਿੱਚ ਲਗਵਾ ਦਿਓ ਤਾਂ ਜੋ ਅਸੀਂ ਰਾਜ਼ੀਨਾਮੇ 'ਤੇ ਗੱਲਬਾਤ ਕਰ ਸਕੀਏ। ਉਹਨਾਂ ਦਾ ਲੋਕ ਅਦਾਲਤ ਵਿੱਚ ਲਗਾ ਕੇ ਜੱਜ ਸਾਹਿਬ ਵਿੱਚ ਬੈਠਦੇ ਆ, ਦੋ ਸਾਡੇ ਮੈਂਬਰਸ ਹੁੰਦੇ ਆ, ਉਹ ਤਿੰਨੋਂ ਜਣੇ ਉਹਨਾਂ ਦਾ ਰਾਜ਼ੀਨਾਮਾ ਕਰਾਉਣ ਦੀ ਕੋਸ਼ਿਸ਼ ਕਰਦੇ ਆ ਔਰ ਜਦੋਂ ਰਾਜ਼ੀਨਾਮਾ ਹੋ ਜਾਂਦਾ ਹੈ ਉਹ ਅਵਾਰਡ ਪਾਸ ਕਰ ਦਿੰਦੇ ਆ। ਜੇ ਰਾਜ਼ੀਨਾਮਾ ਨਹੀਂ ਫਰੂਟਫੁਲ ਹੁੰਦਾ, ਨਹੀਂ ਉਹਨਾਂ ਦਾ ਸੈਟਲਮੈਂਟ ਹੁੰਦਾ, ਤਾਂ ਉਹ ਕੇਸ ਵਾਪਸ ਜਿਸ ਸਟੇਜ ਤੇ ਕੋਰਟ 'ਚ ਹੈ ਉਸ ਤੇ ਹੀ ਲੱਗ ਜਾਂਦਾ ਹੈ।
ਜੀ ਤਾਂ ਹਾਂਜੀ ਜੀ, ਇਹ ਤਾਂ ਮੈਮ ਹੋ ਗਈ ਮੰਥਲੀ ਲੋਕ ਅਦਾਲਤ ਤੁਸੀਂ ਗੱਲ ਕੀਤੀ। ਜਿਹੜੀ ਪਰਮਾਨੈਂਟ ਤੇ ਨੈਸ਼ਨਲ ਹੁੰਦੀਆਂ ਨੇ, ਇਹ ਕਿਹੜੀਆਂ ਹੁੰਦੀਆਂ ਨੇ? ਇਹ ਵੀ ਹੈ, ਜਿਵੇਂ ਨੈਸ਼ਨਲ ਲੋਕ ਅਦਾਲਤ ਜੋ ਹੈ ਇਹਦੇ ਵਿੱਚ ਇਹ ਨੇਸ਼ਨ ਵਾਈਡ ਇੱਕ ਦਿਨ ਲੱਗਦੀ ਹੈ। ਸਾਡੇ ਕੋਲ ਨਾਲਸਾ ਦੈਟ ਇਜ਼ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ, ਉੱਥੋਂ ਸਾਡੇ ਕੋਲੇ ਮਹੀਨੇ 'ਚ ਡੇਟਸ ਆਉਂਦੀਆਂ, ਸਾਲ ਦੀਆਂ ਡੇਟਸ ਆ ਜਾਂਦੀਆਂ, ਇਕੱਠਾ ਸ਼ਡਿਊਲ ਆਉਂਦਾ ਔਰ ਸਾਰੇ ਨੇਸ਼ਨ 'ਚ ਇੱਕ ਦਿਨ ਉਹ ਲੋਕ ਅਦਾਲਤ ਲੱਗਦੀ ਹੈ। ਉਹਦੇ ਵਿੱਚ ਅਸੀਂ ਜਿਹੜੇ ਕੈਟਾਗਰੀ ਆਫ ਕੇਸਿਸ ਹੈ, ਜਿਵੇਂ ਕਿ 138 ਦੇ ਹੋ ਗਏ, ਕ੍ਰਿਮੀਨਲ ਕੰਪਾਊਂਡੇਬਲ ਕੇਸਿਸ ਹੋ ਗਏ, ਮੈਟਰੀਮੋਨੀਅਲ ਡਿਸਪਿਊਟਸ ਹੋ ਗਏ, ਲੇਬਰ ਡਿਸਪਿਊਟਸ ਹੋ ਗਏ, ਕੋਈ ਬਿਲਸ ਦੇ ਡਿਸਪਿਊਟਸ ਹੈ, ਹਰ ਤਰ੍ਹਾਂ ਦੇ ਡਿਸਪਿਊਟਸ ਉਸ 'ਚ ਟੇਕਅਪ ਹੁੰਦੇ ਆ। ਔਰ ਉਹਦੇ ਵਿੱਚ ਕੀ ਹੈ ਕਿ ਪ੍ਰੀ ਲਿਟੀਗੇਟਿਵ ਕੇਸਿਸ ਹੁਣ ਕੀ ਹੁੰਦੇ ਆ, ਉਹ ਇਹ ਕੇਸਿਸ ਹੈ ਜੋ ਕਿ ਹਲੇ ਕੋਰਟ 'ਚ ਨਹੀਂ ਗਏ ਪਰ ਨੀਅਰ ਫਿਊਚਰ 'ਚ ਉਹ ਕੋਰਟ 'ਚ ਜਾਣ ਵਾਲੇ ਹੁੰਦੇ ਆ। ਜਿਵੇਂ ਕਿ ਡਿਸਪਿਊਟ ਰਾਈਜ਼ ਹੋ ਗਿਆ ਪਰ ਹਲੇ ਪਾਰਟੀਜ਼ ਨੇ ਜੋ ਹੈ ਉਹ ਕੋਰਟ ਨੂੰ ਅਪਰੋਚ ਨਹੀਂ ਕੀਤਾ, ਤਾਂ ਉਹ ਵਾਲੇ ਕੇਸਿਸ ਆਪਾਂ ਪ੍ਰੀ ਲਿਟੀਗੇਟਿਵ ਕੇਸਿਸ ਵੀ ਕੋਰਟ 'ਚ ਜਾਣ ਤੋਂ ਪਹਿਲਾਂ ਹੀ ਲੋਕ ਅਦਾਲਤ ਵਿੱਚ ਟੇਕਅਪ ਕਰ ਲੈਂਦੇ ਆ। ਉਹਦੇ 'ਚ ਪ੍ਰੀ ਲਿਟੀਗੇਟਿਵ ਪਲੱਸ ਦ ਪੈਂਡਿੰਗ ਕੇਸਿਸ, ਉਹ ਸਾਰੇ ਤਰ੍ਹਾਂ ਦੇ ਕੇਸਿਸ ਟੇਕਅਪ ਕੀਤੇ ਜਾਂਦੇ ਆ ਔਰ ਜਦੋਂ ਉਹਨਾਂ 'ਚ ਵੀ ਰਾਜ਼ੀਨਾਮਾ ਹੋ ਜਾਂਦਾ, ਅਵਾਰਡ ਪਾਸ ਕੀਤਾ ਜਾਂਦਾ ਜੋ ਕਿ ਫਾਈਨਲ ਅਵਾਰਡ ਹੁੰਦਾ ਹੈ। ਔਰ ਪ੍ਰੀ ਲਿਟੀਗੇਟਿਵ ਕੇਸਿਸ 'ਚ ਇਹ ਫਾਇਦਾ ਹੁੰਦਾ ਕਿ ਇਹਦੇ ਨਾਲ ਸਾਡੀ ਜਿਹੜੀ ਫਰਦਰ ਲਿਟੀਗੇਸ਼ਨ ਹੈ ਕੋਰਟਸ ਦੀ ਉਹ ਰਿਡਿਊਸ ਹੁੰਦੀ ਹੈ, ਕਿਉਂਕਿ ਅੱਗੇ ਜਿਹੜੇ ਕੋਰਟ 'ਚ ਕੇਸਿਸ ਆਉਂਦੇ ਆ ਉਹ ਉਹਨਾਂ ਦਾ ਨੰਬਰ ਘਟਦਾ ਔਰ ਪਾਰਟੀਜ਼ ਦਾ ਕੋਰਟ 'ਚ ਜਾਣ ਤੋਂ ਪਹਿਲਾਂ ਹੀ ਸਮਝੌਤਾ ਹੋ ਜਾਂਦਾ ਹੈ। ਜੀ ਹਾਂਜੀ, ਜਿਵੇਂ ਮੈਮ ਲੋਕ ਅਦਾਲਤ ਦੇ ਵਿੱਚ ਸਮਝੌਤਾ ਕੋਈ ਹੋ ਗਿਆ ਹੈ ਨਾ, ਦੋਵੇਂ ਪਾਰਟੀਆਂ ਨੇ ਸਮਝੌਤਾ ਕਰ ਲਿਆ, ਉਸ ਤੋਂ ਬਾਅਦ ਇੱਕ ਪਾਰਟੀ ਜਿਹੜੀ ਉਹ ਸਮਝੌਤੇ ਤੋਂ ਮੁੱਕਰ ਜਾਂਦੀ ਹੈ, ਉਹ ਨਹੀਂ ਮੰਨਦੀ, ਫਿਰ ਉਹ ਕੀ ਕਰਨ ਦੂਜੀ ਪਾਰਟੀ ਵਾਲੇ? ਉਹੀ ਮੈਂ ਦੱਸ ਰਹੀ ਹਾਂ ਕਿ ਜਿਹੜਾ ਅਵਾਰਡ ਪਾਸ ਹੋ ਗਿਆ, ਪਾਰਟੀਜ਼ ਨੇ ਇੱਕ ਰਾਜ਼ੀਨਾਮਾ ਕਰ ਲਿਆ, ਕੋਰਟ ਨੇ ਉਸ ਰਾਜ਼ੀਨਾਮੇ ਦੇ ਹਿਸਾਬ ਨਾਲ ਇੱਕ ਅਵਾਰਡ ਪਾਸ ਕਰ ਦਿੱਤਾ। ਉਹ ਅਵਾਰਡ ਜਜਮੈਂਟ ਜਿੰਨੇ ਹੀ ਇੰਪੋਰਟੈਂਟ ਹੈ, ਜਿਵੇਂ ਕਿ ਆਪਾਂ ਕਿਸੇ ਕੇਸ 'ਚ ਆਪਣੀ ਜਜਮੈਂਟ ਹੋ ਗਈ ਉਵੇਂ ਹੀ ਅਵਾਰਡ ਦੀ ਉਨੀ ਇੰਪੋਰਟੈਂਸ ਹੈ। ਤਾਂ ਫਿਰ ਜੇ ਇੱਕ ਪਾਰਟੀ ਨਹੀਂ ਉਹਨੂੰ ਫੋਲੋ ਕਰਦੀ ਤਾਂ ਦੂਜੀ ਪਾਰਟੀ ਉਹਦੇ ਕੋਰਟ 'ਚ ਐਗਜ਼ੀਕਿਊਸ਼ਨ ਪਾ ਸਕਦੀ ਹੈ, ਜਿਵੇਂ ਕਿ ਆਪਾਂ ਅਦਰਵਾਈਜ਼ ਵੀ ਕੋਰਟ ਵਿੱਚ ਕਿਤੇ ਫੈਸਲੇ ਦੀ ਪਾ ਸਕਦੇ ਹਾਂ। ਤਾਂ ਐਗਜ਼ੀਕਿਊਸ਼ਨ ਵਿੱਚ ਫਿਰ ਕੋਰਟ ਆਰਡਰ ਜਿਵੇਂ ਆਪਣਾ ਪ੍ਰੋਸੀਜਰ ਹੈ ਐਗਜ਼ੀਕਿਊਸ਼ਨ ਦਾ, ਉਹ ਪ੍ਰੋਸੀਜਰ ਫੋਲੋ ਕੀਤਾ ਜਾਂਦਾ ਹੈ ਔਰ ਜੋ ਵੀ ਉਹਨਾਂ ਦਾ ਰਾਜ਼ੀਨਾਮਾ ਹੈ ਉਹਨੂੰ ਕਰਵਾਉਣ ਦੀ ਐਨਫੋਰਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੈਮ ਜਿਵੇਂ ਆਪਾਂ ਲੋਕ ਅਦਾਲਤ ਦੇ ਵਿੱਚ ਕੇਸ ਲੈ ਕੇ ਆਉਣਾ ਹੈ ਤਾਂ ਵਿਅਕਤੀ ਨੂੰ ਕਿਹੜੇ ਕੰਮ ਕਰਨੇ ਪੈਂਦੇ, ਇਹਦੀ ਕਿਹੜੀ ਪ੍ਰਕਿਰਿਆ ਹੈ, ਉਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਮੰਥਲੀ ਲੋਕ ਅਦਾਲਤ ਵਿੱਚ ਆਪਾਂ ਲਗਾਣੇ ਹੈ ਉਹ ਤਾਂ ਸਿਰਫ ਆਪਾਂ ਆਪਣੇ ਜਿਹੜੇ ਕੋਰਟ 'ਚ ਕੇਸ ਚੱਲ ਰਹੇ ਆ ਉਹਨਾਂ ਆਫੀਸਰ ਨੂੰ ਆਪਾਂ ਰਿਕੁਐਸਟ ਕਰਨੀ ਹੁੰਦੀ ਹੈ, ਕਿਉਂਕਿ ਹਰ ਇੱਕ ਕੋਰਟ ਦਾ ਬੈਂਚ ਬਣਦਾ ਹੈ ਮੰਥਲੀ ਲੋਕ ਅਦਾਲਤ ਵਿੱਚ। ਤਾਂ ਉਹ ਕੀ ਕਰਦੇ ਆ, ਔਨ ਦ ਰਿਕੁਐਸਟ ਆਫ ਦ ਪਾਰਟੀ ਉਹ ਵਾਲਾ ਕੇਸ ਲੋਕ ਅਦਾਲਤ ਵਿੱਚ ਲਗਾ ਲੈਂਦੇ ਆ ਔਰ ਲੋਕ ਅਦਾਲਤ ਵਿੱਚ ਟੇਕਅਪ ਹੋ ਜਾਂਦਾ ਹੈ। ਤਾਂ ਦੇयर इज नो ਨੀਡ ਟੂ ਗਿਵ ਐਨੀ ਐਪਲੀਕੇਸ਼ਨ, ਨਥਿੰਗ। ਜਿਹੜੀ ਸਾਡੀ ਨੈਸ਼ਨਲ ਲੋਕ ਅਦਾਲਤ ਹੈ ਇਹਦੇ ਵਿੱਚ ਪੈਂਡਿੰਗ ਕੇਸਿਸ ਜਿਹੜੇ ਕੋਰਟਸ 'ਚ ਚੱਲ ਰਹੇ ਆਲਰੇਡੀ, ਉਹ ਜਿਵੇਂ ਆਪਾਂ ਮੰਥਲੀ ਲੋਕ ਅਦਾਲਤ ਵਿੱਚ ਲਗਾਉਂਦੇ ਹਾਂ, ਪਾਰਟੀਜ਼ ਰਿਕੁਐਸਟ ਕਰ ਦਿੰਦੀਆਂ ਜਾਂ ਕੋਰਟ ਨੂੰ ਲੱਗਦਾ ਕਿ ਇਹਨਾਂ 'ਚ ਰਾਜ਼ੀਨਾਮਾ ਹੋ ਜਾਏਗਾ ਤਾਂ ਉਹ ਲਗਾ ਦਿੰਦੇ ਆ ਨੈਸ਼ਨਲ ਲੋਕ ਅਦਾਲਤ ਵਿੱਚ। ਪਰ ਜਿਹੜੇ ਪ੍ਰੀ ਲਿਟੀਗੇਟਿਵ ਕੇਸਿਸ ਹੈ ਉਹਦੇ ਵਿੱਚ ਇੱਕ ਸਿੰਪਲ ਐਪਲੀਕੇਸ਼ਨ ਉਹ ਦੇ ਸਕਦੇ ਹੈਗੇ ਕਿ ਸਾਡਾ ਇਹ ਡਿਸਪਿਊਟ ਹੈਗਾ ਔਰ ਸਾਡਾ ਇਹ ਪ੍ਰੀ ਲਿਟੀਗੇਟਿਵ ਕੇਸ ਦੇ ਰਾਹੀਂ ਸਾਡਾ ਨੈਸ਼ਨਲ ਲੋਕ ਅਦਾਲਤ ਵਿੱਚ ਲਿੱਤਾ ਜਾਏ। ਔਰ ਜੋ ਪ੍ਰੀ ਲਿਟੀਗੇਟਿਵ ਕੇਸਿਸ ਨਹੀਂ ਸੈਟਲ ਹੁੰਦੇ ਨੈਸ਼ਨਲ ਲੋਕ ਅਦਾਲਤ ਵਿੱਚ, ਉਹ ਅਸੀਂ ਉਹਨਾਂ ਨੂੰ ਰਿਟਰਨ ਕਰ ਦਿੰਦੇ ਆ ਤਾਂ ਕਿ ਉਹ ਜੇ ਰੈਗੂਲਰ ਕੋਰਟ 'ਚ ਜਾਣਾ ਚਾਹੁੰਦੇ ਆ ਤਾਂ ਜਾ ਸਕਦੇ ਆ। ਜੀ ਮੈਮ, ਜਿਵੇਂ ਲੋਕ ਅਦਾਲਤ ਦੇ ਵਿੱਚ ਕਿਸੇ ਨੇ ਕੇਸ ਲਗਾਉਣਾ ਹੈਗਾ ਤਾਂ ਉਹਦੇ ਲਈ ਵਕੀਲ ਦੀ ਲੋੜ ਪੈਂਦੀ ਹੈ ਕਿ ਨਹੀਂ? ਨਹੀਂ, ਜੇ ਦੇਖੋ ਅਦਰਵਾਈਜ਼ ਤਾਂ ਪਾਰਟੀਜ਼ ਦੇ ਵਕੀਲ ਹੁੰਦੇ ਆ ਬਟ ਦੇयर इज नो ਨੀਡ ਕਿ ਵਕੀਲ ਦੀ ਪ੍ਰੈਜ਼ੈਂਸ 'ਚ ਹੀ ਪਾਰਟੀਜ਼ ਨੇ ਸੈਟਲਮੈਂਟ ਕਰਨਾ ਹੈ, ਕਿਉਂਕਿ ਜਦੋਂ ਵੀ ਕੋਈ ਲੋਕ ਅਦਾਲਤ ਵਿੱਚ ਫੈਸਲਾ ਹੁੰਦਾ ਤਾਂ ਜੱਜ ਸਾਹਿਬ ਜਿਹੜੇ ਕਿ ਪ੍ਰੀਜ਼ਾਈਡਿੰਗ ਆਫੀਸਰ ਬਣਾਏ ਹੁੰਦੇ ਆ ਉਹ ਉੱਥੇ ਬੈਠ ਕੇ ਉਹਨਾਂ ਦਾ ਰਾਜ਼ੀਨਾਮਾ ਕਰਾਉਂਦੇ ਆ। ਈਵਨ ਇਨ ਨੈਸ਼ਨਲ ਲੋਕ ਅਦਾਲਤ, ਈਵਨ ਇਨ ਮੰਥਲੀ ਲੋਕ ਅਦਾਲਤ, ਬੈਂਚ ਇਜ਼ ਕਨਸਟੀਟਿਊਟਡ ਜਿਹਦੇ ਵਿੱਚ ਕਿ ਇੱਕ ਪ੍ਰੀਜ਼ਾਈਡਿੰਗ ਆਫੀਸਰ ਹੁੰਦੇ ਆ, 2 ਮੈਂਬਰਸ ਹੁੰਦੇ ਆ। ਤਾਂ ਉਹਦੇ ਨਾਲ ਕੀ ਹੈ ਕਿ ਉਹਦੇ ਵਿੱਚ ਇਟ ਇਜ਼ ਨਾਟ ਕਿ ਤੁਹਾਡੇ ਵਕੀਲ ਨਾਲ ਬੈਠਣ, ਪਰ ਜੇ ਪਾਰਟੀ ਨੂੰ ਲੱਗਦਾ ਹੈ ਕਿ ਅਸੀਂ ਆਪਦੇ ਵਕੀਲ ਨੂੰ ਨਾਲ ਬਿਠਾਉਣਾ ਤਾਂ ਦੇयर इज नो ਬਾਰ ਟੂ ਇਟ। ਜੀ, ਜਾਨੀ ਕਿ ਇਹ ਲੋਕਾਂ ਦੇ ਉੱਤੇ ਨਿਰਭਰ ਕਰਦਾ ਹੈ ਕਿ ਉਹਨਾਂ ਨੇ ਵਕੀਲ ਬਣਾਉਣਾ ਹੈ। ਹਾਂਜੀ, ਇਹ ਲੋਕਾਂ ਲਈ ਕਨਵੀਨੀਐਂਟ ਪ੍ਰੋਸੈਸ ਬਣਾਇਆ ਗਿਆ, ਉਹਨਾਂ ਲਈ ਬੈਨੀਫੀਸ਼ੀਅਲ ਪ੍ਰੋਸੈਸ ਬਣਾਇਆ ਗਿਆ, ਜਿਸ ਤਰ੍ਹਾਂ ਨਾਲ ਉਹ ਕੰਫਰਟੇਬਲ ਫੀਲ ਕਰਦੇ ਆ ਉਹਨਾਂ ਦਾ ਰਾਜ਼ੀਨਾਮਾ ਕਰਾਇਆ ਜਾਂਦਾ ਹੈ। ਜੀ ਮੈਮ, ਇੱਕ ਤਾਂ ਤੁਸੀਂ ਗੱਲ ਕੀਤੀ ਕਿ ਇਹਦੇ ਵਿੱਚ ਪੈਸੇ ਦੀ ਬਚਤ ਹੁੰਦੀ ਹੈ, ਦੂਜਾ ਜਿਹੜਾ ਕੋਰਟ ਦੇ ਵਿੱਚ ਜਿਹੜੇ ਕੇਸ ਹੁੰਦੇ ਆ ਉਹ ਘਟ ਜਾਂਦੇ ਆ। ਇਸ ਤੋਂ ਇਲਾਵਾ ਲੋਕ ਅਦਾਲਤਾਂ ਦੇ ਹੋਰ ਕਿਹੜੇ ਫਾਇਦੇ ਹੁੰਦੇ ਆ? ਟਾਈਮ ਦੀ ਬਚਤ ਇਜ਼ ਦ ਮੇਨ ਥਿੰਗ, ਕਿਉਂਕਿ ਦੇਖੋ ਜਦੋਂ ਆਪਣਾ ਡਿਸਪਿਊਟ ਫਾਈਨਲੀ ਸੈਟਲ ਹੋ ਜਾਂਦਾ ਹੈ, ਅਸੀਂ ਦੇਖਦੇ ਹਾਂ ਕਈ ਵਾਰ ਲੋਕਾਂ ਦੀਆਂ ਉਮਰਾਂ ਨਿਕਲ ਜਾਂਦੀਆਂ ਕਚਹਿਰੀ 'ਚ ਜਾਂਦੇ ਤਾਂ ਲੋਕ ਅਦਾਲਤ ਨਾਲ ਕੀ ਹੈ ਕਿ ਪੀਸਫੁਲ ਰਿਲੇਸ਼ਨਸ ਦੈਟ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਜੋ ਆਪਣਾ ਵੀ ਐਜ਼ ਇੰਡੀਅਨਸ ਜੋ ਆਪਣਾ ਸੋਸ਼ਲ ਥ੍ਰੈਡ ਹੈ, ਆਪਣਾ ਇਹ ਹੈ ਕਿ ਆਪਾਂ ਮਿਲ ਜੁਲ ਕੇ ਰਹਿੰਦੇ ਹਾਂ, ਹੈ ਨਾ, ਤਾਂ ਉਹਦੇ ਨਾਲ ਮਿਲਵਰਤਨ ਬਣਿਆ ਰਹਿੰਦਾ ਹੈ ਐਂਡ ਟਾਈਮ ਸੇਵ ਹੁੰਦਾ ਹੈ। ਜੋ ਲੋਕ ਇੱਥੇ ਆਉਂਦੇ ਹੈ ਬੜੀ ਦੂਰੋਂ ਕੇਸ ਲੜਨ ਲਈ ਆਉਂਦੇ
ਹੈ ਉਹਨਾਂ ਦੀ ਜੋ ਉਹ ਸਾਰੀ ਇਨਕਨਵੀਨੀਅੰਸ ਹੈ ਉਹ ਦੂਰ ਹੋ ਜਾਂਦੀ ਹੈ। ਜੀ ਮੈਮ, ਜਿਵੇਂ ਕਿ ਆਪਾਂ ਸਿਵਲ ਕੇਸ ਹੁੰਦੇ ਆ, ਕਈ ਜਿਹੜੇ ਕ੍ਰਿਮੀਨਲ ਕੇਸ ਹੁੰਦੇ ਆ, ਹਰ ਤਰ੍ਹਾਂ ਦੇ ਕੇਸ ਜਿਹੜੇ ਲੋਕ ਅਦਾਲਤ 'ਚ ਆਉਂਦੇ ਆ ਜਾਂ ਫਿਰ ਸਿਵਲ ਹੀ? ਸਿਵਲ ਕੇਸਿਸ ਸਾਰੇ ਆ ਸਕਦੇ, ਕ੍ਰਿਮੀਨਲ ਕੇਸਿਸ ਉਹ ਆ ਸਕਦੇ ਆ ਜਿਹੜੇ ਕੰਪਾਊਂਡੇਬਲ ਹੈ। ਸਾਡੇ CRPC 'ਚ ਦਿੱਤਾ ਹੋਇਆ ਹੈ ਕਿ ਇਹ ਵਾਲੇ ਕੇਸਿਸ 'ਚ ਆਪਾਂ ਰਾਜ਼ੀਨਾਮਾ ਕਰ ਸਕਦੇ ਹਾਂ, ਇਹ ਵਾਲੇ ਕੇਸਿਸ 'ਚ ਆਪਾਂ ਨਹੀਂ ਕਰ ਸਕਦੇ, ਔਰ ਇਹ ਵਾਲੇ ਸੈਕਸ਼ਨਸ ਆਪਾਂ ਕੋਰਟ ਦੀ ਪਰਮਿਸ਼ਨ ਨਾਲ ਰਾਜ਼ੀਨਾਮਾ ਕਰ ਸਕਦੇ ਹਾਂ। ਤਾਂ ਜਿੰਨਾ ਕੇਸਿਸ ਜਿਹੜੇ ਉਹ ਸੈਕਸ਼ਨਸ ਮੈਂਸ਼ਨਡ ਹੈ CRPC 'ਚ ਕਿ ਇਹਨਾਂ 'ਚ ਆਪਾਂ ਰਾਜ਼ੀਨਾਮਾ ਕਰ ਸਕਦੇ ਹਾਂ, ਉਹ ਵਾਲੇ ਕੇਸਿਸ ਆਪਾਂ ਲੋਕ ਅਦਾਲਤ ਵਿੱਚ ਟੇਕ ਅਪ ਕਰ ਲੈਂਦੇ ਹਾਂ। ਸਾਡੇ ਕੋਲ ਇੱਕ ਪਰਮਨੈਂਟ ਲੋਕ ਅਦਾਲਤ ਵੀ ਹੈ, ਉਹਦੇ ਬਾਰੇ ਵੀ ਦੈਨ ਵੀ ਵਿਲ ਟਾਕ ਅਬਾਊਟ ਇਟ। ਜੀ ਮੈਮ, ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ, ਕਿਉਂਕਿ ਉਹਨਾਂ ਨੂੰ ਨੈਸ਼ਨਲ ਅਦਾਲਤ ਦਾ ਵੀ ਪਤਾ ਲੱਗ ਗਿਆ, ਮੰਥਲੀ ਲੋਕ ਅਦਾਲਤ ਦਾ ਵੀ ਪਤਾ ਲੱਗ ਗਿਆ, ਪਰ ਪਰਮਾਨੈਂਟ ਲੋਕ ਅਦਾਲਤ ਕੀ ਹੁੰਦੀ ਹੈ, ਇਸ ਬਾਰੇ ਜ਼ਰੂਰ ਦੱਸੋ। ਪਰਮਨੈਂਟ ਲੋਕ ਅਦਾਲਤ ਇਹ ਪਬਲਿਕ ਯੂਟਿਲਿਟੀ ਸਰਵਿਸਿਜ਼ ਲਈ ਬਣਾਈ ਗਈ ਹੈ। ਇਹਦੇ ਜੋ ਪ੍ਰੋਵੀਜ਼ਨਸ ਹੈ ਦੇ ਆਰ ਇਨ ਜਿਹੜਾ ਲੀਗਲ ਸਰਵਿਸਿਜ਼ ਅਥਾਰਟੀਜ਼ ਐਕਟ ਹੈ ਸਾਡਾ 1987, ਉਹਦੇ ਵਿੱਚ ਪਰਮਨੈਂਟ ਲੋਕ ਅਦਾਲਤ ਬਾਰੇ ਦੱਸਿਆ ਗਿਆ। ਜਿਵੇਂ ਕਿ ਹੁਣ ਆਪਣੇ ਰੋਜ਼ਮर्रा ਦੇ ਡਿਸਪਿਊਟਸ ਹੈ, ਕੋਈ ਇਲੈਕਟ੍ਰਿਸਿਟੀ ਬਿੱਲ ਦਾ ਹੋ ਗਿਆ, ਵਾਟਰ ਬਿੱਲ ਦਾ ਹੋ ਗਿਆ, ਸੈਨੀਟੇਸ਼ਨ ਦਾ ਹੋ ਗਿਆ, ਦੈਨ ਕੋਈ ਆਪਣੀ ਐਂਟਰੀ ਗਲਤ ਹੋ ਗਈ, ਕੋਈ ਸਰਟੀਫਿਕੇਟ 'ਚ ਗਲਤ ਹੋ ਗਈ, ਪਾਸਪੋਰਟ 'ਚ ਗਲਤ ਹੋ ਗਈ, ਆਪਣਾ ਬਿੱਲ ਜ਼ਿਆਦਾ ਜਾਂ ਘੱਟ ਆ ਗਿਆ, ਕੋਈ ਗੈਸ ਸਿਲੰਡਰ ਦਾ ਡਿਸਪਿਊਟ ਹੋ ਗਿਆ, ਜਿਹੜੇ ਸਾਡੇ ਰੋਜ਼ਮर्रा ਦੇ ਝਗੜੇ ਹੈ, ਡਿਸਪਿਊਟਸ ਹੈ, ਕੋਈ ਬੈਂਕਸ ਦੇ ਡਿਸਪਿਊਟਸ ਹੈ, ਕੋਈ ਫਾਈਨੈਂਸ ਕੰਪਨੀਜ਼ ਦੇ ਡਿਸਪਿਊਟਸ ਹੈ, ਉਹ ਸਾਰੇ ਅਸੀਂ ਪਰਮਨੈਂਟ ਲੋਕ ਅਦਾਲਤ ਵਿੱਚ, ਕਿਉਂਕਿ ਜਦੋਂ ਰੈਗੂਲਰ ਕੋਰਟ 'ਚ ਬਹੁਤ ਕੰਮ ਹੁੰਦਾ ਹੈ, ਬਹੁਤ ਕੇਸਿਸ ਹੁੰਦੇ ਆ, ਤਾਂ ਇਹ ਛੋਟੇ ਕੇਸਿਸ ਲਈ, ਮਤਲਬ ਛੋਟੇ ਇਨ ਦਾ ਸੈਂਸ ਵੀ ਜਿਹੜੇ ਆਪਣੇ ਰੋਜ਼ਮर्रा ਔਰ ਜਿਨ੍ਹਾਂ ਵਿੱਚ ਆਪਾਂ ਨੂੰ ਰਿਲੀਫ ਦੀ ਲੋੜ, ਪਾਰਟੀ ਨੂੰ ਛੇਤੀ ਫੈਸਲਾ ਕਰਾਉਣ ਦਾ ਹੀ ਫਾਇਦਾ ਹੈ, ਤਾਂ ਉਹ ਕੇਸਿਸ ਲਈ ਪਰਮਨੈਂਟ ਲੋਕ ਅਦਾਲਤ ਬਣਾਈ ਗਈ ਹੈ। ਇਹਨਾਂ ਦੀ ਜਿਹੜੀ ਪੈਕਿਊਨਰੀ ਜੁਰਿਸਡਿਕਸ਼ਨ ਹੈ ਉਹ 1 ਕਰੋੜ ਰੁਪਇਆ ਹੈ। 1 ਕਰੋੜ ਰੁਪਏ ਤੱਕ ਦੇ ਡਿਸਪਿਊਟਸ ਪਰਮਨੈਂਟ ਲੋਕ ਅਦਾਲਤ ਟੇਕ ਅਪ ਕਰ ਸਕਦੀ ਹੈ। ਸਾਡੇ ਮੋਹਾਲੀ ਵਿੱਚ ਵੀ ਹੈਵ ਰੈਗੂਲਰ ਪਰਮਨੈਂਟ ਲੋਕ ਅਦਾਲਤ, ਔਰ ਇੱਥੇ ਵਧੀਆ, ਇਟ ਇਜ਼ ਅ ਗ੍ਰੇਟ ਸਕਸੈਸ, ਵਧੀਆ ਤਰੀਕੇ ਨਾਲ ਚੱਲ ਰਹੀ ਹੈਗੀ ਹੈ। ਔਰ ਇਹਦੇ ਵਿੱਚ ਲੋਕਾਂ ਨੂੰ ਰਿਲੀਫ ਇਹ ਮਿਲਦਾ ਹੈਗਾ ਕਿ ਇੱਕ ਤਾਂ ਉਹਨਾਂ ਦਾ ਜਿਹੜਾ ਫੈਸਲਾ ਹੈ ਉਹ ਬੜੀ ਜਲਦੀ ਹੋ ਜਾਂਦਾ ਜੀ। ਇੱਕ ਜਿਹੜਾ ਰੋਜ਼ਮर्रा, ਜਿਵੇਂ ਹੁਣ ਆਪਾਂ ਨੂੰ ਕਿਸੇ ਦਾ ਕੋਈ ਸਰਟੀਫਿਕੇਟ 'ਚ ਕੋਈ ਗਲਤੀ ਹੋ ਗਈ, ਤਾਂ ਉਹਨਾਂ ਦਾ ਹੁਣ ਤਾਂ ਹੀ ਫਾਇਦਾ ਹੈ ਜੇ ਆਪਾਂ ਨੂੰ ਇੱਕੋਦਮ ਸਾਨੂੰ ਰਿਲੀਫ ਮਿਲ ਜਾਏਗਾ, ਕਰੈਕਸ਼ਨ ਹੋ ਜਾਏਗੀ, ਤਾਂ ਦੈਟ ਕੈਨ ਬੀ ਟੇਕਨ ਅਪ ਇਨ ਦ ਪਰਮਨੈਂਟ ਲੋਕ ਅਦਾਲਤ। ਜੀ, ਜਿਵੇਂ ਆਪਾਂ ਪਰਮਾਨੈਂਟ ਲੋਕ ਅਦਾਲਤ ਦੀ ਗੱਲ ਕਰੀ, ਜਿਵੇਂ ਨੈਸ਼ਨਲ ਅਦਾਲਤ ਲਈ ਪਹਿਲੇ ਦਿਨ ਨਿਸ਼ਚਿਤ ਕੀਤੇ ਜਾਂਦੇ ਹੈਗੇ ਆ, ਇਸੇ ਤਰ੍ਹਾਂ ਜਿਹੜੀ ਮੰਥਲੀ ਲੱਗਦੀ ਉਹਦੇ ਲਈ ਵੀ ਨਿਸ਼ਚਿਤ ਦਿਨ ਹੁੰਦੇ ਆ, ਪਰਮਾਨੈਂਟ ਲਈ ਵੀ ਕੋਈ ਨਿਸ਼ਚਿਤ ਦਿਨ ਹੁੰਦੇ ਆ? ਪਰਮਾਨੈਂਟ ਅਦਰਵਾਈਜ਼ ਸਾਡੇ ਕੋਲ ਮੋਹਾਲੀ ਇਟ ਇਜ਼ ਐਵਰੀ ਡੇ ਫਰੋਮ ਮੰਡੇ ਟੂ ਫਰਾਈਡੇ, ਬਟ ਹੁਣ ਕਿਉਂਕਿ ਸਾਡੇ ਜੋ ਪਹਿਲੇ ਵਾਲੇ ਚੇਅਰਮੈਨ ਸੀਗੇ ਉਹ ਰਿਟਾਇਰ ਹੋ ਗਏ ਸੀ, ਤਾਂ ਹੁਣ ਸਾਡੇ ਜੋ ਨਵੇਂ ਚੇਅਰਮੈਨ ਹੈ ਇਹਨਾਂ ਕੋਲੇ ਰੋਪੜ ਪਲੱਸ ਮੋਹਾਲੀ 2 ਜਗ੍ਹਾਵਾਂ ਦਾ ਚਾਰਜ ਹੈ, ਤਾਂ ਹੀ ਕਮਸ ਫॉर 2 days ਇਨ ਅ ਵੀਕ ਟੂ ਮੋਹਾਲੀ। ਜੀ ਮੈਮ, ਹੁਣ ਜਿਵੇਂ ਕਿ ਕਰੋਨਾ ਵਾਇਰਸ ਚੱਲ ਰਿਹਾ, ਇਸ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਤਬਦੀਲੀ ਆਈ ਹੈ। ਜੇਕਰ ਆਪਾਂ ਅਦਾਲਤਾਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਵੀ ਕੰਮਕਾਜ ਕਾਫੀ ਜ਼ਿਆਦਾ ਘਟ ਗਿਆ ਆ। ਹੁਣ ਜਿਹੜਾ ਤੁਸੀਂ ਲੋਕ ਅਦਾਲਤ ਨੂੰ ਕਿਸ ਢੰਗ ਦੇ ਨਾਲ ਲਗਾਉਂਦੇ ਹੋ? ਦੇਖੋ, ਜੋ ਸਾਡੀ ਪਰਮਨੈਂਟ ਲੋਕ ਅਦਾਲਤ ਹੈ, ਸਾਡੇ ਚੇਅਰਮੈਨ ਸਾਹਿਬ 2 ਵਾਰੀ ਆਉਂਦੇ ਹੈ, ਬਾਕੀ ਜੋ ਮੈਂਬਰਸ ਹੈ ਦੇ ਕਮ ਰੈਗੂਲਰਲੀ। ਨੈਸ਼ਨਲ ਲੋਕ ਅਦਾਲਤ ਹੈ ਉਹ ਅਸੀਂ ਨਹੀਂ ਕਰ ਪਾਏ ਡਿਊ ਟੂ ਦਿਸ ਕੋਵਿਡ, ਪਰ ਹੁਣ ਸਾਡੀ ਨੈਸ਼ਨਲ ਲੋਕ ਅਦਾਲਤ ਇਜ਼ ਸ਼ਡਿਊਲਡ ਫॉर 12 ਦਸੰਬਰ 2020, ਤਾਂ 12 ਦਸੰਬਰ ਲਈ ਹੁਣ ਵੀ ਆਰ ਵਰਕਿੰਗ ਫॉर ਇਟ ਕਿ ਤਾਂ ਕਿ ਅਸੀਂ ਮੈਕਸਿਮਮ ਨੰਬਰ ਆਫ ਕੇਸਿਸ ਆਈਡੈਂਟੀਫਾਈ ਕਰ ਸਕੀਏ, ਮੈਕਸਿਮਮ ਨੰਬਰ ਆਫ ਕੇਸਿਸ ਉਹਦੇ 'ਚ ਲੱਗ ਸਕਣ, ਔਰ ਮੈਕਸਿਮਮ ਅਸੀਂ ਡਿਸਪੋਜ਼ਲ ਕਰ ਸਕੀਏ। ਤਾਂ ਮੈਂ ਇਹ ਚਾਹਾਂਗੀ ਕਿ ਆਪਾਂ ਇਸ ਚੈਨਲ ਦੇ ਰਾਹੀਂ ਆਪਣੀ ਜੋ ਵੀ ਲੋਕ ਆਪਾਂ ਨੂੰ ਦੇਖ ਰਹੇ ਹੈ ਉਹ ਅੱਗੇ ਵੀ ਅਵੇਅਰਨੈਸ ਸਪਰੈਡ ਕਰਨ ਕਿ ਨੈਸ਼ਨਲ ਲੋਕ ਅਦਾਲਤ 12/12/2020 ਨੂੰ ਸਾਰੇ ਕਿਤੇ ਹੋਲਡ ਹੋ ਰਹੀ ਹੈ, ਔਰ ਕਿਉਂਕਿ ਜੇ ਅਸੀਂ ਲੋਕਾਂ ਨੂੰ ਅਵੇਅਰ ਕਰਾਂਗੇ ਤਾਂ ਹੀ ਉਹ ਵੱਧੋ ਵੱਧ ਫਾਇਦਾ ਇਸ ਚੀਜ਼ ਦਾ ਲੈਣਗੇ, ਵੱਧੋ ਵੱਧ ਆਪਦੇ ਕੇਸਿਸ ਲੋਕ ਅਦਾਲਤ ਵਿੱਚ ਲੈ ਕੇ ਆਉਣਗੇ। ਮੈਮ, ਜਿਵੇਂ ਕੋਈ ਕੇਸ ਜਿਹੜਾ ਲੋਕ ਅਦਾਲਤ ਦੇ ਵਿੱਚ ਆ ਗਿਆ, ਉਹ ਕੇਸ ਜਿਹੜਾ ਇੱਕੋ ਦਿਨ ਦੇ ਵਿੱਚ ਖਤਮ ਹੋ ਜਾਂਦਾ ਫਿਰ ਜਾਂ ਵਾਰ-ਵਾਰ ਲੋਕ ਅਦਾਲਤਾਂ ਲੱਗਦੇ ਉਹਨਾਂ ਦੇ ਵਿੱਚੋਂ ਕੇਸ ਆਉਂਦੇ ਆ? ਇਟ ਡਿਪੈਂਡਸ। ਦੇਖੋ, ਜਿਵੇਂ ਹੁਣ ਸਾਡੇ ਕੋਲ ਮੰਥਲੀ ਲੋਕ ਅਦਾਲਤ ਵਿੱਚ ਕਿਸੇ ਨੇ ਕੇਸ ਲਗਵਾ ਲਿਆ ਜੀ, ਤਾਂ ਅੱਜ ਦੀ ਜਿਵੇਂ ਹੁਣ ਵੀ ਹੈਵ ਅ ਮੰਥਲੀ ਲੋਕ ਅਦਾਲਤ ਟੂਡੇ, ਤਾਂ ਅੱਜ ਉਹਨਾਂ ਦਾ ਰਾਜ਼ੀਨਾਮਾ ਨਹੀਂ ਹੋਇਆ, ਬਟ ਪਾਰਟੀਜ਼ ਨੂੰ ਵੀ ਫੀਲ ਕਰਦੀਆਂ ਔਰ ਕੋਰਟ ਵੀ ਫੀਲ ਕਰਦੀ ਹੈ ਕਿ ਸ਼ਾਇਦ ਇਹਨਾਂ ਦਾ ਰਾਜ਼ੀਨਾਮਾ ਹੋ ਸਕਦਾ ਹੈ, ਵੀ ਅਸੀਂ 50% ਤੇ ਪਹੁੰਚ ਗਏ, ਜੇ ਹੋਰ ਥੋੜਾ ਜ਼ੋਰ ਲਾਵਾਂਗੇ ਤਾਂ ਹੋ ਸਕਦਾ ਹੈ। ਕਿਉਂਕਿ ਪਾਰਟੀਜ਼ ਨੂੰ ਜਦੋਂ ਵੀ ਆਪਾਂ ਕਨਵਿੰਸ ਕਰਦੇ ਹਾਂ, ਕੋਈ ਸੈਟਲਮੈਂਟ ਹੁੰਦੀ ਹੈ, ਤਾਂ ਇਟ ਟੇਕਸ ਟਾਈਮ, ਤਾਂ ਫਿਰ ਉਹ ਕੀ ਹੈ, ਅਸੀਂ ਨੈਕਸਟ ਮੰਥਲੀ ਲੋਕ ਅਦਾਲਤ ਵਿੱਚ ਲਗਾ ਦਿੰਦੇ ਹਾਂ ਤਾਂ ਕਿ ਅਸੀਂ ਉਹਨੂੰ ਦੁਬਾਰਾ ਟੇਕ ਅਪ ਕਰ ਸਕੀਏ। ਪਾਰਟੀਜ਼ ਨੂੰ ਵੀ ਟਾਈਮ ਮਿਲ ਜਾਂਦਾ ਸੋਚਣ ਦਾ ਕਿ ਮੈਂ ਜੇ ਇਹ ਫੈਸਲਾ ਕਰਦਾ ਤਾਂ ਕੀ ਮੇਰੇ ਮੈਰਿਟਸ ਹੈ, ਕੀ ਮੇਰੇ ਡੀਮੈਰਿਟਸ ਹੈ, ਤਾਂ ਅਸੀਂ ਉਹਨੂੰ ਅਗਲੀ
ਮੰਥਲੀ ਲੋਕ ਅਦਾਲਤ ਵਿੱਚ ਲਗਾ ਦਿੰਦੇ ਆ, ਈਵਨ ਦ 3rd ਮੰਥਲੀ ਲੋਕ ਅਦਾਲਤ ਇਫ ਇਟ ਇਜ਼ ਪੋਸੀਬਲ, ਤਾਂ ਕੋਸ਼ਿਸ਼ ਕਰੀਦੀ ਹੈ ਕਿ ਪਾਰਟੀਜ਼ ਨੂੰ ਮੈਕਸਿਮਮ ਮੌਕਾ ਦਿੱਤਾ ਜਾਏ। ਜੋ ਨੈਸ਼ਨਲ ਲੋਕ ਅਦਾਲਤ ਹੈ ਉਹਦੇ ਵਿੱਚ ਇਟ ਇਜ਼ ਨੈਸ਼ਨਲ ਲੋਕ ਅਦਾਲਤ ਤੋਂ ਪਹਿਲਾਂ ਅਸੀਂ ਕੁਝ ਪ੍ਰੀ ਲੋਕ ਅਦਾਲਤਸ ਕਰਦੇ ਹਾਂ, ਜੋ ਕਿ ਪਾਰਟੀਜ਼ ਜੋ ਕਿ ਕੋਰਟਸ ਜੋ ਹੈ ਉਹ ਐਵਰੀ ਸੈਟਰਡੇ ਟਰਾਈ ਕਰਦੀਆਂ ਕਿ ਅਸੀਂ ਪ੍ਰੀ ਲੋਕ ਅਦਾਲਤ ਲਗਾ ਲਈਏ ਬਿਫੋਰ ਦ ਨੈਸ਼ਨਲ ਲੋਕ ਅਦਾਲਤ। ਉਦੋਂ ਉਹ ਵਰਕ ਅਪਨ ਕਰਦੀਆਂ ਕਿ ਉਹਨਾਂ ਦਾ ਸੈਟਲਮੈਂਟ ਹੋ ਸਕੇ। ਉਸ ਤੋਂ ਬਾਅਦ ਨੈਸ਼ਨਲ ਲੋਕ ਅਦਾਲਤ ਤੇ ਉਹਨਾਂ ਨੂੰ ਅਸੀਂ ਫਾਈਨਲੀ ਕੋਸ਼ਿਸ਼ ਕਰਦੇ ਹਾਂ ਕਿ ਡਿਸਪੋਜ਼ ਆਫ ਕਰ ਦਈਏ। ਜੀ, ਅਖੀਰ ਦੇ ਵਿੱਚ ਮੈਡਮ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹਾਂਗੀ ਕਿ ਜੋ ਸਾਡਾ ਲੀਗਲ ਸਰਵਿਸਿਜ਼ ਡਿਪਾਰਟਮੈਂਟ ਹੈ ਇਟ ਇਜ਼ ਫॉर द बेनिफिट ऑफ द पीपल एंड आई वांट कि मैक्सिमम जो लोग सानू सुन रहे हैं, जो एजुकेटेड लोग है, जो ਅੱਗੇ ਸਪਰੈਡ ਕਰ ਸਕਦੇ ਆ ਮੈਸੇਜ, ਇਹ ਐਕਟ ਉਹਨਾਂ ਲੋਕਾਂ ਲਈ ਬਣਿਆ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੇ ਰਾਈਟਸ ਵਾਇਲੇਟ ਹੋ ਰਹੇ ਹੈ, ਜਿਨ੍ਹਾਂ ਦੇ ਰਾਈਟਸ ਐਕਚੁਅਲ ਵਾਇਲੇਟ ਹੋ ਰਹੇ ਹੈ, ਔਰ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਕੋਰਟਸ ਜਾਵਾਂਗੇ ਤਾਂ ਸਾਡੀ ਆਵਾਜ਼ ਨਹੀਂ ਸੁਣੀ ਜਾਏਗੀ। ਉਹਨਾਂ ਲਈ ਇਹ ਐਕਟ ਜੋ ਲੀਗਲ ਸਰਵਿਸਿਜ਼ ਅਥਾਰਟੀਜ਼ ਐਕਟ ਹੈ ਇਹ ਬਣਾਇਆ ਗਿਆ ਸੀ। ਤੇ ਮੈਂ ਇਹੀ ਚਾਹਾਂਗੀ ਕਿਉਂਕਿ ਦੇਖੋ ਇਹ ਐਕਟ 1987 ਚ ਬਣਿਆ ਔਰ ਇੰਪਲੀਮੈਂਟ ਹੋਇਆ 1995 ਚ, ਬਟ ਵੀ ਆਰ ਇਨ 2020 ਔਰ ਸਾਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ, ਤਾਂ ਇਹ ਲੋਕਾਂ ਦੇ ਬੈਨੀਫਿਟ ਲਈ ਬਣਿਆ। ਐਂਡ ਆਈ ਵਾਂਟ ਕਿ ਐਵਰੀਬਡੀ ਆਫ ਅਸ ਸ਼ੁੱਡ ਟੈਲ ਪੀਪਲ ਕਿ ਤੁਸੀਂ ਇਹਦਾ ਬੈਨੀਫਿਟ ਲਓ ਤਾਂ ਕਿ ਅਸੀਂ ਜੋ ਜਸਟਿਸ ਹੈ ਉਹ ਸਾਰਿਆਂ ਨੂੰ ਦੇ ਸਕੀਏ। ਐਂਡ ਸਾਡਾ ਜੋ ਮੋਟਿਵ ਹੈ ਲੀਗਲ ਸਰਵਿਸਿਜ਼ ਦਾ, ਐਕਸੈਸ ਟੂ ਜਸਟਿਸ ਫॉर ਆਲ, ਉਹਨੂੰ ਅਸੀਂ ਪੂਰਾ ਕਰ ਸਕੀਏ, ਅਸੀਂ ਲੋਕਾਂ ਦੇ ਡੋਰ ਸਟੈਪਸ ਤੱਕ ਜਸਟਿਸ ਨੂੰ ਲੈ ਕੇ ਜਾ ਸਕੀਏ। ਜੀ ਮੈਮ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। Thank you so much ji. It was my pleasure to have talked to you and to connect to the people. ਜੀ Thank you so much. ਜੀ ਦਰਸ਼ਕੋ, ਅੱਜ ਦੇ ਮੇਰਾ ਅਧਿਕਾਰ ਮੇਰਾ ਮਾਨ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਲੋਕ ਅਦਾਲਤ ਬਾਰੇ ਦੱਸਿਆ ਹੈ। ਵਾਕਈ ਦਰਸ਼ਕੋ, ਸਾਨੂੰ ਚਾਹੀਦਾ ਹੈ ਕਿ ਆਪਾਂ ਨੇ ਸਮਝੌਤੇ ਜਿਹੜੇ ਅਸੀਂ ਲੋਕ ਅਦਾਲਤਾਂ ਦੇ ਵਿੱਚ ਕਰੀਏ ਤਾਂ ਜੋ ਸਾਡਾ ਸਮਾਂ ਵੀ ਬਚੇ ਤੇ ਪੈਸਾ ਵੀ ਬਚੇ ਤੇ ਸਾਡੀ ਆਪਸੀ ਸਾਂਝ ਵੀ ਬਰਕਰਾਰ ਰਹੇ। ਇਸੇ ਆਸ ਦੇ ਨਾਲ ਕਿ ਤੁਹਾਨੂੰ ਸਾਡੇ ਇਸ ਪ੍ਰੋਗਰਾਮ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆ ਗਿਆ। ਧੰਨਵਾਦ।